ਸਾਹਿਬ ਅੱਗੇ ਬਚਨ ਕਰ ਰਹੇ ਨੇ। ਆਹਰਣ ਮਤ ਵੇਦ ਹਥਿਆਰ। ਆਹਰਣ ਮਤ, ਆਹਰਣ ਨਾ ਇੱਕ ਲੋਹੇ ਦਾ ਟੁਕੜਾ ਹੈ। ਅਕਸਰ ਜਦੋਂ ਕਦੀ ਲੁਹਾਰ ਵੀਰ ਜੀ ਦੇ ਕੋਲ, ਤਰਖਾਣ ਵੀਰ ਦੇ ਕੋਲ ਬੈਠਿਆ ਜਾਏ ਤੇ ਜਿਸ ਲੋਹੇ ਦੇ ਟੁਕੜੇ ਦੇ ਉੱਤੇ ਉਹ ਲੋਹੇ ਦੇ ਕਿਸੇ ਸਮਾਨ ਨੂੰ ਤਿਆਰ ਕਰਨ ਲਈ ਉਸ ਲੋਹੇ ਦੇ ਐਰਣ ਦੇ ਟੁਕੜੇ ਦੇ ਉੱਤੇ ਰੱਖ ਕੇ ਉੱਤੋਂ ਹਥੌੜੇ ਦੀਆਂ ਸੱਟਾਂ ਮਾਰਦਾ, ਉਹਨੂੰ ਐਰਣ ਕਹਿ ਦਿੱਤਾ ਜਾਂਦਾ, ਜਾਂ ਸਾਡੇ ਮਾਝੇ ਦੀ ਬੋਲੀ ਦੇ ਵਿੱਚ ਉਹਨੂੰ ਵਦਾਨ ਵੀ ਕਹਿ ਦਿੱਤਾ ਜਾਂਦਾ। ਹੁਣ ਕਹਿੰਦੇ ਕਿ ਆਹਰਣ ਮਤ ਵੇਦ ਹਥਿਆਰ। ਕਹਿੰਦੇ ਆਹਰਣ ਕੀ ਆ? ਮਤ। ਇਸ ਮਤ ਦੇ ਉੱਤੇ ਰੱਖ ਕੇ ਵੇਦ ਹਥਿਆਰ। ਵੇਦ ਕਹਿੰਦੇ ਨੇ ਗਿਆਨ ਨੂੰ। ਇੱਥੇ ਵੇਦ ਦੱਦੇ ਨੂੰ ਔਂਕੜ ਨਾਲ ਆਇਆ ਹੈ, ਇੱਕ ਵਚਨ ਦੀ ਗੱਲ ਹੈ। ਸਾਰੇ ਜਪਜੀ ਸਾਹਿਬ ਦੇ ਵਿੱਚ ਵੇਦ ਦਾ ਦੱਦਾ ਮੁਕਤਾ ਹੈ। ਉੱਥੇ ਵੇਦ ਜਿਹੜਾ ਹੈ ਵੇਦਾਂ ਵਾਸਤੇ ਆਇਆ ਹੈ। ਜਿਵੇਂ ਸੁਣਿਆ ਸ਼ਾਸਤ ਸਿਮਰਿਤ ਵੇਦ, ਜਾਂ ਅਸੰਖ ਗ੍ਰੰਥ ਮੁਖ ਵੇਦ ਪਾਠ ਓੜ ਕੋੜਕ ਭਾਲ ਥੱਕੇ। ਵੇਦ ਕਹਿਨ ਇੱਕ ਬਾਤ ਆਖੈ ਵੇਦ ਪਾਠ ਪੁਰਾਣ। ਗਾਵਨ ਪੰਡਿਤ ਪੜ੍ਹਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ। ਹੁਣ ਇਹ ਸਾਰਾ ਜਿਹੜਾ ਵੇਦ ਸ਼ਬਦ ਆ ਰਿਹਾ, ਇਹ ਸਾਰਾ ਹੀ ਵੇਦ ਸ਼ਬਦ ਵੇਦਾਂ ਵਾਸਤੇ ਆ ਰਿਹਾ। ਬਹੁ ਵਚਨ ਹੈ, ਜਿੰਨੀਆਂ ਵੀ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ, ਪਰ ਇੱਥੇ ਵੇਦ ਦੇ ਦੱਦੇ ਨੂੰ ਔਂਕੜ ਹੈ ਔਰ ਇੱਥੇ ਵੇਦ ਦਾ ਅਰਥ ਹੈ ਗਿਆਨ, ਜਾਂ ਗੁਰਮੁਖ ਨਾਦੰ ਗੁਰਮੁਖ ਵੇਦੰ। ਉੱਥੇ ਵੇਦੰ ਦਾ ਅਰਥ ਗਿਆਨ ਹੈ। ਗੁਰੂ ਸਾਹਿਬ ਜੀ ਕਹਿੰਦੇ ਆਹਰਣ ਮਤ। ਮਤ ਸਾਡੀ ਹੋਵੇ ਐਰਣ, ਉਹ ਲੋਹੇ ਦਾ ਟੁਕੜਾ, ਵੇਦ ਹਥਿਆਰ, ਤੇ ਉਹਦੇ ਉੱਤੇ ਗਿਆਨ ਦਾ ਹਥੌੜਾ ਮਾਰਨਾ। ਭਾਵ ਗਿਆਨ ਦੇ ਹਥੌੜੇ ਦੇ ਨਾਲ ਇਸ ਮਤ ਦੇ ਉੱਤੇ ਰੱਖ ਕੇ ਕਿਸੇ ਵਿਚਾਰ ਨੂੰ ਸਹੀ ਕਰਨਾ ਹੈ। ਹੁਣ ਉਹ ਸੁਨਿਆਰਾ ਵੀਰ ਜਿਹੜਾ ਸੀ, ਇਹ ਐਰਣ ਦੇ ਟੁਕੜੇ ਉੱਤੇ ਰੱਖ ਕੇ ਸੋਨੇ ਦੇ ਟੁਕੜੇ ਨੂੰ, ਤੇ ਉਹਦੇ ਉੱਤੇ ਥੋੜਾ ਹਥੌੜਾ ਮਾਰਦਾ ਸੀ, ਛੋਟਾ ਜਿਹਾ, ਬੜੇ ਪਿਆਰ ਦੇ ਨਾਲ, ਧੀਰਜ ਦੇ ਨਾਲ। ਹੁਣ ਇੱਥੇ ਗੱਲ ਜਿਹੜੀ ਸਮਝਣ ਵਾਲੀ ਹੈ, ਸੋਨਾ ਹੈ ਸਾਡਾ ਹਿਰਦਾ, ਸਾਡਾ ਮਨ। ਇਹਦੇ ਉੱਤੇ ਗੁਰੂ ਦੇ ਗਿਆਨ ਦਾ ਹਥੌੜਾ ਮਾਰਨਾ ਹੈ। ਮਨ ਸਾਡਾ ਹੈ ਅਣਘੜਿਆ ਹੋਇਆ, ਅਣਘੜਿਆ ਹੈ, ਜਿਸ ਕਰਕੇ ਸਾਡੇ ਜੀਵਨ ਦੀ ਮਰਿਆਦਾ ਨਹੀਂ, ਜੀਵਨ ਦੀ ਤਰਤੀਬ ਨਹੀਂ। ਇਹਨੂੰ ਘੜਨਾ ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੇ ਗਿਆਨ ਦੇ ਹਥੌੜੇ ਦੇ ਨਾਲ। ਜਿਹੜੀ ਚੀਜ਼ ਅਣਘੜੀ ਹੋਵੇ ਉਹ ਖੂਬਸੂਰਤ ਨਹੀਂ ਹੋਇਆ ਕਰਦੀ, ਪਰ ਜਿਹੜੀ ਚੀਜ਼ ਘੜੀ ਹੋਵੇ ਉਹ ਖੂਬਸੂਰਤ ਬਣ ਜਾਂਦੀ ਹੈ। ਜਿਵੇਂ ਮੈਂ ਪਿੱਛੇ ਵੀ ਜ਼ਿਕਰ ਕਰਤਾ ਸੀ, ਇੱਕ ਪੱਥਰ ਹੈ, ਪਰ ਉਹ ਪੱਥਰ ਤਾਂ ਹੈ ਕਿਉਂਕਿ ਅਣਘੜਿਆ ਹੈ। ਜਿਸ ਦਿਨ ਉਹ ਪੱਥਰ ਘੜਿਆ ਗਿਆ, ਉਸ ਦਿਨ ਉਹ ਭਗਵਾਨ ਦੀ ਮੂਰਤੀ ਬਣ ਕੇ ਮੰਦਰ ਵਿੱਚ ਸਥਾਪਿਤ ਕਰ ਦਿੱਤੀ ਗਈ, ਲੋਕ ਮੱਥੇ ਟੇਕਣ ਲੱਗ ਗਏ। ਪਰ ਜਿਸ ਦਿਨ ਅਣਘੜਿਆ ਸੀ, ਉਹ ਦਿਨ ਪੱਥਰ ਸੀ, ਪੈਰਾਂ ਵਿੱਚ ਵੱਜਦਾ ਫਿਰਦਾ ਸੀ। ਜਿਸ ਦਿਨ ਲੱਕੜ ਅਣਘੜੀ ਸੀ, ਉਸ ਦਿਨ ਲੱਕੜ ਸੀ, ਪਰ ਜਿਸ ਦਿਨ ਘੜੀ ਗਈ, ਉਸ ਦਿਨ ਕੁਰਸੀ ਬਣ ਗਈ, ਟੇਬਲ ਬਣ ਗਈ, ਉਸ ਦਿਨ ਬੈੱਡ ਬਣ ਗਿਆ, ਦਰਵਾਜ਼ੇ ਬਣ ਗਏ, ਖਿੜਕੀਆਂ ਬਣ ਗਈਆਂ, ਜਿਸ ਦਿਨ ਘੜੀ ਗਈ। ਜਿਸ ਦਿਨ ਸਾਡਾ ਮਨ ਘੜਿਆ ਗਿਆ, ਸੱਚਾਈ ਹੈ, ਉਸ ਦਿਨ ਪ੍ਰਮਾਤਮਾ ਦਾ ਰੂਪ ਬਣ ਗਿਆ। ਤੇ ਜਦੋਂ ਤੱਕ ਸਾਡਾ ਮਨ ਨਹੀਂ ਘੜਿਆ, ਮੈਨੂੰ ਮਾਫ ਕਰਿਓ, ਉਦੋਂ ਤੱਕ ਸਾਡਾ ਅਣਘੜਿਆ ਹੋਇਆ ਮਨ ਸ਼ੈਤਾਨ ਹੈ। ਘੜਿਆ ਹੋਇਆ ਮਨ ਭਗਵਾਨ ਬਣ ਜਾਂਦਾ ਹੈ, ਅਣਘੜਿਆ ਹੋਇਆ ਮਨ ਸ਼ੈਤਾਨ ਹੈ। ਬਸ ਇਹੋ ਹਕੀਕਤ ਹੈ। ਸਾਹਿਬ ਨੇ ਇਸੇ ਕਰਕੇ ਕਿਹਾ, ਗੁਰੂ ਦੇ ਗਿਆਨ ਨੂੰ, ਰੱਬੀ ਗਿਆਨ ਨੂੰ ਹਥਿਆਰ ਬਣਾ ਕੇ ਇਸ ਮਨ ਦੀ ਘਾੜਤ ਨੂੰ ਘੜਨਾ ਹੈ। ਗਿਆਨ ਨੂੰ ਹਥੌੜਾ ਬਣਾ ਕੇ, ਮਤ ਨੂੰ ਐਰਣ ਬਣਾ ਕੇ, ਧੀਰਜ ਨੂੰ ਸੁਨਿਆਰ ਬਣਾ ਕੇ, ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਇਸ ਜੱਤ ਨੂੰ ਪਹਾਰਾ ਬਣਾ ਕੇ
ਸੁਨਿਆਰੇ ਦੀ ਦੁਕਾਨ ਬਣਾ ਕੇ ਸਾਹਿਬ ਕਹਿੰਦੇ ਆਪਣੇ ਇਸ ਮਨ ਨੂੰ ਘੜਨਾ ਹੈ। ਆਹਰਣ ਮਤ ਵੇਦ ਹਥਿਆਰ। ਫਿਰ ਸਾਹਿਬ ਨੇ ਅੱਗੇ ਕਿਹਾ ਭਉ ਖਲਾ ਅਗਨ ਤਪ ਤਾਉ। ਭਉ ਖਲਾ, ਹੁਣ ਸਾਹਿਬ ਕਹਿੰਦੇ ਜਿਹੜਾ ਭਉ ਹੈ, ਭਉ ਦਾ ਮਤਲਬ ਹੈ ਡਰ। ਖਲਾ ਕਹਿੰਦੇ ਨੇ ਧੌਂਕਣੀ ਨੂੰ, ਜਿਹਦੇ ਨਾਲ ਉਹ ਸੁਨਿਆਰਾ ਵੀਰ ਅੱਗ ਬਾਲ ਕੇ ਨਾ ਕੋਲਿਆਂ ਦੀ, ਤੇ ਉਹਨੂੰ ਹਵਾ ਦਿੰਦਾ ਸੀ, ਆਪਣੇ ਮੂੰਹ ਨਾਲ ਫੂਕ ਮਾਰਦਾ ਸੀ। ਫੂਕਣੀ ਨਹੀਂ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਵਰਤਦੇ ਰਹੇ ਚੁੱਲ੍ਹਿਆਂ ਨੂੰ ਅੱਗ ਬਾਲਣ ਵਾਸਤੇ, ਇਵੇਂ ਦਾ ਹੀ ਉਹ ਛੋਟਾ ਜਿਹਾ ਇੱਕ ਪਾਈਪ ਕਹਿ ਲਓ, ਉਹਦੇ ਨਾਲ ਉਹ ਅੱਗ ਦਿੰਦਾ ਸੀ, ਅੱਗ ਨੂੰ ਸੇਕ ਦਿੰਦਾ ਸੀ। ਕਹਿੰਦੇ ਭਉ ਖੱਲਾ, ਰੱਬ ਦਾ ਡਰ, ਇਹ ਕੀ ਹੋਵੇ? ਖੱਲਾ। ਫਿਰ ਮੈਂ ਬੇਨਤੀ ਕਰਾਂ ਕਿ ਜਿਸ ਧੌਂਕਣੀ ਦੇ ਨਾਲ ਸੁਨਿਆਰਾ ਵੀਰ ਫੂਕ ਮਾਰ ਕੇ ਅੱਗ ਨੂੰ ਭਖਾਉਂਦਾ ਨਾ, ਉਹਨੂੰ ਕਿਹਾ ਜਾਂਦਾ ਹੈ ਖੱਲਾ। ਪੁਰਾਣੀ ਕੁਠਾਲੀ ਜਿਹਦੇ ਵਿੱਚ ਸੋਨੇ ਨੂੰ ਪਾ ਕੇ ਤੇ ਉਹ ਧੌਂਕਣੀ ਦੇ ਨਾਲ ਕੋਲਿਆਂ ਨੂੰ ਅੱਗ ਦਿੱਤੀ ਜਾਂਦੀ ਸੀ, ਪ੍ਰਚੰਡ ਕੀਤੀ ਜਾਂਦੀ ਸੀ ਅੱਗ। ਸਭ ਕਹਿੰਦੇ ਉਹ ਧੌਂਕਣੀ ਕਿਹੜੀ ਆ? ਉਹ ਧੌਂਕਣੀ ਆ ਪ੍ਰਮਾਤਮਾ ਦੇ ਡਰ ਦੀ, ਭਉ ਖਲਾ। ਪ੍ਰਮਾਤਮਾ ਦਾ ਭੈ ਨਹੀਂ, ਜਿੱਥੇ ਪ੍ਰਮਾਤਮਾ ਦਾ ਭੈ ਨਹੀਂ ਉੱਥੇ ਧੀਰਜ ਨਹੀਂ ਹੋ ਸਕਦਾ। ਜਿੱਥੇ ਰੱਬ ਦਾ ਡਰ ਨਹੀਂ ਉੱਥੇ ਧੀਰਜ ਨਹੀਂ। ਜਿੱਥੇ ਪ੍ਰਮਾਤਮਾ ਦਾ ਡਰ ਨਹੀਂ ਉੱਥੇ ਰੱਬੀ ਪ੍ਰੇਮ ਵੀ ਨਹੀਂ ਹੋ ਸਕਦਾ। ਮੈਂ ਨਹੀਂ ਕਹਿ ਰਿਹਾ, ਇਹ ਗੁਰਬਾਣੀ ਦੇ ਵਿੱਚ ਸ਼ਬਦ ਨੇ ਸਾਹਿਬ ਦੇ। ਸਾਹਿਬ ਕਹਿੰਦੇ ਭੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ। ਜੇ ਉਸ ਪ੍ਰਮਾਤਮਾ ਦਾ ਡਰ ਨਹੀਂ ਨਾ ਮਨ ਦੇ ਵਿੱਚ, ਉਸ ਪ੍ਰਮਾਤਮਾ ਦਾ ਡਰ ਅਦਬ ਨਹੀਂ, ਸਾਹਿਬ ਕਹਿੰਦੇ ਉਸ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਭੈ ਬਿਨ, ਰੱਬੀ ਭੈ ਤੋਂ ਬਿਨਾਂ ਭਗਤ ਨਾ ਹੋਵੇ। ਭਗਤ ਦੇ ਉੱਥੇ ਤੱਤੇ ਨੂੰ ਸਿਹਾਰੀ ਹੋਏਗੀ। ਰੱਬੀ ਡਰ ਤੋਂ ਬਿਨਾਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਨਾਮ ਨਾ ਲੱਗੈ ਪਿਆਰ, ਨਾਮ ਦੇ ਵੀ ਮੰਮੇ ਨੂੰ ਸਿਹਾਰੀ ਹੋਏਗੀ ਕਿ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਵੀ ਨਹੀਂ ਬਣਦਾ। ਕਾਰਨ ਕੀ ਹੈ? ਰੱਬੀ ਡਰ ਨਹੀਂ। ਸਭ ਕਹਿੰਦੇ ਜੇ ਰੱਬੀ ਡਰ ਆ ਤੇ ਭੈ ਹੈ, ਜੇ ਰੱਬੀ ਡਰ ਹੈ ਤੇ ਧੀਰਜ ਹੈ, ਜੇ ਰੱਬੀ ਡਰ ਨਹੀਂ ਤੇ ਕੁਝ ਨਹੀਂ। ਕਿੰਨਾ ਸੋਹਣਾ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਸਭ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਪਵਿੱਤਰ ਡਰ ਆਪਣੇ ਅੰਦਰ ਪਾ ਲਿਆ ਨਾ, ਰੱਬੀ ਡਰ ਆਪਣੇ ਜੀਵਨ ਵਿੱਚ ਲੈ ਆਂਦਾ। ਹਰ ਗੁਣ ਗਾਇਆ, ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ। ਹਰ ਵੇਖੈ ਰਾਮ ਹਦੂਰੇ, ਫਿਰ ਉਹ ਰਮੇ ਹੋਏ ਪ੍ਰਮਾਤਮਾ ਨੂੰ ਹਰ ਪਾਸੇ ਦੇਖਦੇ ਨੇ, ਹਾਜ਼ਰ ਨਾਜ਼ਰ ਦੇਖਦੇ ਨੇ। ਪਰ ਤਾਂ ਨਿਰਮਲ ਭਉ ਪਾਇਆ, ਜੇ ਰੱਬੀ ਡਰ ਆਪਣੇ ਜੀਵਨ ਵਿੱਚ ਪੈਦਾ ਕੀਤਾ। ਜੇ ਰੱਬੀ ਡਰ ਨਹੀਂ ਜੀਵਨ ਵਿੱਚ ਆਇਆ ਫਿਰ ਕੁਝ ਨਹੀਂ। ਤੇ ਸਾਹਿਬ ਕਹਿੰਦੇ ਜਿਹਦੇ ਜੀਵਨ ਵਿੱਚ ਰੱਬੀ ਡਰ ਆ ਜਾਏ, ਨਿਰਭਉ ਜਪੈ ਸਗਲ ਭਉ ਮਿਟੈ। ਕਹਿੰਦੇ ਉਸ ਨਿਰਭਉ ਪ੍ਰਮਾਤਮਾ ਨੂੰ ਜਪਣ ਦੇ ਨਾਲ ਜੀਵਨ ਵਿੱਚੋਂ ਸਾਰੇ ਡਰ ਖਤਮ ਹੋ ਜਾਂਦੇ ਨੇ। ਹੁਣ ਨਹੀਂ ਕਿਸੇ ਕੋਲੋਂ ਡਰਦਾ ਬੰਦਾ, ਹੁਣ ਤੇ ਸਭ ਦਾ ਸਤਿਕਾਰ ਕਰਦਾ, ਹੁਣ ਉਹਨੂੰ ਕਿਸੇ ਦਾ ਡਰ ਨਹੀਂ। ਤੇ ਬੇਨਤੀ ਕਰਾਂ, ਜਿਸ ਦਿਨ ਰੱਬ ਦੇ ਭੈ ਵਿੱਚ ਜੀਵ ਜੀਣ ਲੱਗ ਗਏ ਨਾ, ਜਿਸ ਦਿਨ ਰੱਬ ਦੇ ਭੈ ਵਿੱਚ ਅਸੀਂ ਸਾਰੇ ਆ ਗਏ, ਉਸ ਦਿਨ ਜ਼ਮੀਨ ਤੇ ਜੇਲ੍ਹਾਂ ਦੀ ਲੋੜ ਨਹੀਂ ਪਏਗੀ, ਪੁਲਿਸ ਦੀ ਲੋੜ ਨਹੀਂ ਰਹੇਗੀ, ਅਦਾਲਤਾਂ ਦੀ ਲੋੜ ਨਹੀਂ ਰਹੇਗੀ, ਹਥਿਆਰਾਂ ਦੀ, ਤੋਪਾਂ ਦੀ ਲੋੜ ਨਹੀਂ ਰਹੇਗੀ, ਕਿਉਂਕਿ ਪ੍ਰਮਾਤਮਾ ਦਾ ਭੈ ਹੈ ਹਿਰਦੇ ਵਿੱਚ। ਪ੍ਰਮਾਤਮਾ ਦਾ ਭੈ ਜਿਹੜਾ ਹੈ ਸਗਲ ਭਉ ਮਿਟੈ, ਸਾਰੇ ਡਰ ਖਤਮ ਕਰ ਦੇਗਾ। ਪ੍ਰਮਾਤਮਾ ਦੇ ਡਰ ਨੂੰ ਜੀਵਨ ਵਿੱਚ ਲਿਆਉਣ ਦੇ ਨਾਲ ਉਸ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਫਿਰ ਕਦੀ ਕਿਸੇ ਦਾ ਹੱਕ ਨਹੀਂ ਮਾਰਾਂਗੇ, ਕਿਸੇ ਦਾ ਹੱਕ ਖੋਵਾਂਗੇ ਨਹੀਂ, ਆਪਣਾ ਹੱਕ ਛੱਡਾਂਗੇ ਨਹੀਂ, ਕਿਸੇ ਦਾ ਕਤਲ ਨਹੀਂ ਕਰਾਂਗੇ। ਫਿਰ ਪੁਲਿਸ ਦੀ ਲੋੜ ਕਿਉਂ? ਚੋਰੀ ਨਹੀਂ ਕਰਾਂਗੇ, ਪੁਲਿਸ ਦੀ ਲੋੜ ਕਿਉਂ? ਇਹਦਾ ਮਤਲਬ ਅੱਜ ਜੇ ਇਹਨਾਂ ਚੀਜ਼ਾਂ ਦੀ ਲੋੜ ਪੈ ਰਹੀ ਆ, ਭਾਵੇਂ ਲੋਕ ਧਰਮੀ ਅਖਵਾ ਰਹੇ ਨੇ, ਪਰ ਧਰਮੀ ਹੋਣ ਦੇ ਬਾਵਜੂਦ ਵੀ ਰੱਬ ਦਾ ਡਰ ਨਹੀਂ ਹੈ ਅੰਦਰ। ਜਿਸ ਦਿਨ ਰੱਬ ਦਾ ਡਰ ਅੰਦਰ ਆ ਗਿਆ ਜੀਵਨ ਵਿੱਚ, ਸਭ ਕਹਿੰਦੇ ਉਦਣ
ਬਦਲਾਓ ਆਏਗਾ। ਇਹ ਧਰਤੀ ਸੱਚਖੰਡ ਬਣੇਗੀ, ਇਹ ਧਰਤੀ ਸਵਰਗ ਬਣੇਗੀ। ਰੋਜ਼ ਹੀ ਪੜ੍ਹਦੇ ਸਾਹਿਬ ਦਾ ਬਚਨ। ਸਾਹਿਬ ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਹੁਣ ਸਾਹਿਬ ਕਹਿੰਦੇ ਭਉ ਖਲਾ, ਉਹ ਰੱਬੀ ਡਰ ਨੂੰ ਧੌਂਕਣੀ ਬਣਾ। ਰੱਬੀ ਡਰ ਜਿਹੜੀ ਆ ਉਹ ਤੇਰੇ ਜੀਵਨ ਦੀ ਧੌਂਕਣੀ ਬਣ ਜਾਏ। ਹੁਣ ਸਾਹਿਬ ਜੀ ਅੱਗ ਕਿਹਨੂੰ ਲਾਉਣੀ? ਧੌਂਕਣੀ ਦੇ ਨਾਲ ਤੇ ਅੱਗ ਮਚਾਈ ਜਾਂਦੀ। ਅੱਗ ਕਿਹੜੀ ਮਚਾਉਣੀ ਹੈ ਉਹ ਦੱਸੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੱਸਦੇ ਨੇ ਕਿ ਇਸ ਧੌਂਕਣੀ ਦੇ ਨਾਲ, ਰੱਬੀ ਡਰ ਦੀ ਧੌਂਕਣੀ ਦੇ ਨਾਲ ਕਿਹੜੀ ਅੱਗ ਨੂੰ ਸੇਕ ਦੇਣਾ ਹੈ, ਕਿਹੜੀ ਅੱਗ ਮਚਾਉਣੀ ਹੈ।